ਕਾਹ ਟੰਗ ਤੇ ਗੁਰੂ ਪਾਤਸ਼ਾਹ ਜੀ ਕਿਰਪਾ ਕਰ ਰਹੇ ਹਨ। ਵਿਛੜਿਆ ਗੁਰਮੇਲ ਸੀ, ਵਿਛੁੜਿਆ ਗੁਰਮੇਲ ਸੀ, ਹਰ ਰਸ ਨਾਮ ਪਿਆ। ਪਾਤਸ਼ਾਹ ਕਹਿੰਦੇ ਹਨ ਪਰਮੇਸ਼ਰ ਤੋਂ ਵਿਛੜਿਆ ਹੋਇਆਂ ਨੂੰ ਭਾਈ ਗੁਰੂ ਮੇਲਦੇ ਹਨ। ਹੁਣ ਮੇਲਦੇ ਨੇ, ਪਹਿਲਾਂ ਮੇਲਦੇ ਸੀ, ਅੱਗੇ ਨੂੰ ਮਿਲਣਗੇ। ਇਸ ਕਰਕੇ ਗੁਰਬਾਣੀ ਨੂੰ ਸਮਝੋ। ਮਹਾਰਾਜ ਚ ਪਾਤਸ਼ਾਹ ਕਹਿੰਦੇ ਸਾਚ ਸਹਿਜ ਸੋਭਾ ਘਣੀ, ਹਰ ਗੁਣ ਨਾਮ ਆਧਾਰ। ਜਿਨ੍ਹਾਂ ਅੰਦਰ ਸੱਚ ਤੇ ਸਹਿਜ ਸ਼ਾਂਤੀ ਹੈ, ਉਹਨਾਂ ਦੀ ਸੋਭਾ ਬਹੁਤੀ ਹੁੰਦੀ ਹੈ। ਜਿਨ੍ਹਾਂ ਅੰਦਰ ਸੱਚੇ ਦਾ ਸਹਿਜ ਗਿਆਨ ਹੈ, ਉਹਨਾਂ ਦੀ ਘਣੀ ਸੋਭਾ ਲੋਕ ਪਰਲੋਕ ਵਿੱਚ ਹੁੰਦੀ ਹੈ। ਤੇ ਉਹ ਰਸਨਾ ਕਰਕੇ ਹਰੀ ਦੇ ਗੁਣ ਗਾਉਂਦੇ ਰਹਿੰਦੇ ਹਨ ਤੇ ਮਨ ਵਿੱਚ ਉਹਨਾਂ ਦੇ ਨਾਮ ਦਾ ਆਸਰਾ ਹੈ। ਏਦਾਂ ਉਹ ਬੇਨਤੀਆਂ ਕਰਦੇ ਹਨ। ਜਿਉ ਭਾਵੈ ਤਿਉ ਰੱਖ ਤੂੰ, ਮੈਂ ਤੁਝ ਬਿਨ ਕਵਨ ਪਥਾਰ। ਇਹ ਪਰਮੇਸ਼ਰ ਜਿਵੇਂ ਤੈਨੂੰ ਭਾਉਂਦਾ ਹੈ, ਉਸੀ ਤਰ੍ਹਾਂ ਤੂੰ ਸਾਨੂੰ ਤਿੰਨਾਂ ਕਾਲਾਂ ਵਿੱਚ ਰੱਖਣਾ ਕਰ। ਹੇ ਵਾਹਿਗੁਰੂ, ਮੈਨੂੰ ਤੇਰੇ ਤੋਂ ਬਿਨਾਂ ਔਰ ਪੂਰਤੀ ਕਰਨ ਵਾਲਾ ਜਿਹੜਾ ਪਤਾਰ ਪਤੀ ਹੈ, ਉਹ ਕੌਣ ਹੈ? ਔਰ ਪਤੀ ਪਰਮੇਸ਼ਰ ਸਭ ਸੁੱਖਾਂ ਦੀ ਪੂਰਤੀ ਕਰਨ ਵਾਲਾ ਹੈ। ਹੋਰ ਕੌਣ ਹੋ ਸਕਦਾ? ਪਾਤਸ਼ਾਹ ਕਹਿੰਦੇ ਅੱਖਰ ਪੜ ਪੜ ਭੁੱਲੀਐ, ਭੇਖੀ ਬਹੁਤ ਅਭਿਮਾਨ। ਵਿਦਵਾਨ ਲੋਕ ਵੇਦਾਂ ਦੇ ਅੱਖਰ ਪੜ੍ਹ ਕੇ, ਸ਼ਾਸਤਰਾਂ ਦੇ ਅੱਖਰ ਪੜ੍ਹ ਕੇ, ਉਪਨਿਸ਼ਦਾਂ ਦੇ ਅੱਖਰ ਪੜ੍ਹ ਕੇ, ਪੁਰਾਣ ਕੁਰਾਨ ਪੜ੍ਹ ਕੇ, ਪੜ੍ਹ ਕੇ ਔਰ ਪੜ੍ਹ ਪਾੜ ਕਰਕੇ, ਮਾਇਆ ਲਾਲਚ ਵੱਲੋਂ ਭੁੱਲ ਕਰਕੇ, ਔਰ ਮਾਇਆ ਲਾਲਚ ਵੱਲੋਂ ਭੁੱਲ ਕਰਕੇ ਪਾਤਸ਼ਾਹ ਕਹਿੰਦੇ ਵੇਦਾਂ ਦੇ ਸਿਧਾਂਤ ਦੁਆਰਾ ਆਪਣੇ ਸਰੂਪ ਦੀ ਪਛਾਣ ਕਰਨੀ ਸੀ। ਅਤੇ ਭੇਖੀ ਜੋ ਬਰਕਤ ਬਣੇ ਦੇ ਫਿਰਦੇ ਹਨ, ਉਹ ਆਪਣੇ ਭੇਖ ਦਾ, ਬਰਕਤ ਪੁਣੇ ਦਾ ਅਭਿਮਾਨ ਚੁੱਕੀ ਫਿਰਦੇ ਹੈ। ਔਰ ਗ੍ਰਸਤੀ ਸਾਨੂੰ ਮੱਥਾ ਟੇਕਣ, ਗ੍ਰਸਤੀ ਸਾਨੂੰ ਆਏਂ ਕਰਨ, ਗ੍ਰਸਤੀ ਸਾਡੇ ਪੈਰੀ ਹੱਥ ਲਾਉਣ, ਅਭਿਮਾਨ। ਭੇਖੀ ਬਹੁਤ ਅਭਿਮਾਨ, ਭੇਖਾਂ ਦੇ ਅਭਿਮਾਨ, ਹੰਕਾਰ ਮਾਨ ਵਿੱਚ ਹੀ ਭੁੱਲੇ ਫਿਰਦੇ ਨੇ ਰੱਬ ਨੂੰ ਕਿ ਅਸੀਂ। ਔਰ ਸੰਨਿਆਸੀ ਦਾ ਭਾਵ ਕੀ ਹੁੰਦਾ? ਜਿਹਦਾ ਸੁੰਨ ਵਿੱਚ ਆਸਣ ਲੱਗ ਜਾਵੇ। ਸੰਨਿਆਸੀ ਉਹ ਹੁੰਦਾ ਅਸਲ ਵਿੱਚ। ਅਸੀਂ ਸੰਨਿਆਸੀ ਉਹ ਬਣਾਤੇ ਜਿਹੜੇ ਕੱਪੜੇ ਪਾ ਕੇ ਫਿਰਦੇ ਆ। ਠੀਕ ਹੈ, ਗੁਰੂ ਦਾ ਬਾਣਾ ਪਾਉਣਾ ਜ਼ਰੂਰੀ ਹੈ ਤਾਂ ਕਿ ਸਾਨੂੰ ਇੱਕ ਵੱਖਰਾਪਣ ਦਿੱਤਾ ਹੈ। ਸੰਨਿਆਸੀ ਦਾ ਬਾਣਾ ਪਾਉਣਾ ਜ਼ਰੂਰੀ ਹੈ। ਇਹਦਾ ਇੱਥੇ ਮਤਲਬ ਇਹ ਨਹੀਂ ਹੈਗਾ ਕਿ ਕੱਪੜੇ ਪਾਉਣੇ ਗਲਤ ਨੇ। ਬਹੁਤ ਥਾਈਂ ਆਖਿਆ ਮਹਾਰਾਜ ਸੱਚੇ ਪਾਤਸ਼ਾਹ ਨੇ ਵੀ ਕੱਪੜੇ ਨਾ ਪਾਓ। ਕੱਪੜੇ ਮਹਾਰਾਜ ਸੱਚੇ ਪਾਤਸ਼ਾਹ ਨਾ ਲਹਾਉਣ ਵਿੱਚ, ਨਾ ਪਾਉਣ ਵਿੱਚ, ਨਾ ਬਾਣਾ ਲਹਾਉਣ ਵਿੱਚ, ਨਾ ਪਾਉਣ ਵਿੱਚ, ਦੋਨੇ ਗੱਲਾਂ ਵਿੱਚ ਪਾਤਸ਼ਾਹ ਜੀ ਕੋਈ ਛੋਟ ਨਹੀਂ ਦਿੰਦੇ। ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਛੋਟ ਕਿਸ ਗੱਲ ਦੀ ਦਿੰਦੇ ਨੇ? ਕਹਿੰਦੇ ਤੇਰਾ ਬਾਣਾ ਪਾਇਆ ਹੋਇਆ ਤਾਂ ਸਹੀ ਸਲਾਮਤ ਹੈ ਜੇ ਪ੍ਰਮਾਤਮਾ ਦੇ ਨਾਮ ਨੂੰ ਧਿਆਵੇਂਗਾ, ਰੱਬ ਦੇ ਨਾਮ ਨੂੰ ਧਿਆਵੇਂ। ਤੇ ਪਰ ਹੁੰਦਾ ਕੀ ਹੈ? ਅੱਖਰ ਪੜ ਪੜ ਭੁੱਲੀ ਹੈ, ਭੇਖੀ ਬਹੁਤ ਅਭਿਮਾਨ। ਅੱਖਰ ਪੜ ਪੜ ਕੇ ਔਰ ਗ੍ਰੰਥ ਪੜ ਪੜ ਕੇ ਭੇਖੀ ਭੁੱਲ ਗਏ, ਅਭਿਮਾਨ ਵਿੱਚ, ਹੰਕਾਰ ਵਿੱਚ, ਮਾਨ ਵਿੱਚ ਆ ਗਏ। ਤੇ ਜਿਹੜੇ ਮਾਨ ਨੇ ਆਮ ਦੁਨੀਆ ਨੂੰ ਖਾ ਲਿਆ, ਉਹੀ ਮਾਨ ਸਾਧੂਆਂ ਸੰਤਾਂ ਨੂੰ ਖਾਈ ਜਾਂਦਾ। ਫਰਕ ਕੀ ਰਹਿ ਗਿਆ? ਇਸ ਕਰਕੇ ਸਾਨੂੰ ਤਾਂ ਗੁਰੂ ਦੀ ਬਾਣੀ ਸੇਧ ਦਿੰਦੀ ਹੈ ਕਿ ਤੂੰ ਮਾਨ ਤੋਂ ਬਚ, ਹੰਕਾਰ ਤੋਂ ਬਚ। ਪਰ ਅਸੀਂ ਬਚਣ ਦੀ ਬਜਾਏ ਉਸ ਦਾ ਵੱਧ ਮਾਨ ਕਰਦੇ ਹਾਂ, ਹੰਕਾਰ ਕਰਦੇ ਹਾਂ ਵੀ ਅਸੀਂ ਤਾਂ ਗਿਆਨੀ ਹਾਂ ਜੀ। ਅਸੀਂ ਗੱਲ ਨਹੀਂ ਕਰਨਾ ਚਾਹੁੰਦੇ ਕਿਸੇ ਨਾਲ। ਇਸ ਕਰਕੇ ਬਚੋ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ ਤੀਰਥ ਨਾਤਾ ਕਿਆ ਕਰੇ, ਮਨ ਮਹਿ ਮੈਲ ਗੁਮਾਨ। ਕਈ ਤੀਰਥਾਂ ਦੀ ਯਾਤਰਾ ਤੇ ਕਰਕੇ ਇਸ਼ਨਾਨ ਕਰਦੇ ਹਨ, ਪਰ ਪਾਤਸ਼ਾਹ ਕਹਿੰਦੇ ਤੀਰਥਾਂ ਤੇ ਇਸ਼ਨਾਨ ਕਰਨ ਵਾਲਾ ਕੀ ਕਰੇਗਾ? ਉਹ ਮਨ ਦੇ ਵਿੱਚ ਤਾਂ ਹੰਕਾਰ ਦੀ ਮੈਲ ਚੁੱਕੀ ਫਿਰਦਾ ਕਿ ਮੈਂ ਇੰਨੇ ਤੀਰਥਾਂ ਤੇ ਜਾ ਆਇਆ, ਇੰਨੇ ਤੀਰਥਾਂ ਦੀ ਯਾਤਰਾ ਕਰ ਲਈ, ਇੰਨੇ ਤੀਰਥ ਤੇ ਨਹਾ ਲਿਆ। ਹੁਣ ਇੱਥੇ ਇਹ ਨਾ ਸਮਝਣਾ ਕਿ ਤੀਰਥ ਮਾੜੇ ਨੇ, ਅੱਗੇ ਜਾ ਕੇ ਪਤਾ ਲੱਗੂਗਾ ਤੀਰਥਾਂ ਦੀ ਪਰਿਭਾਸ਼ਾ।
ਕੀ ਹੈ? ਜੇ ਤੀਰਥ ਮਾੜੇ ਹੁੰਦੇ ਤਾਂ ਇੱਥੇ ਕੱਟ ਕਰ ਜਾਂਦੇ, ਵੀ ਤੀਰਥ ਤਾਂ ਮਾੜੇ ਨੇ, ਤੀਰਥਾਂ ਨੂੰ ਮਾੜੇ ਨਹੀਂ ਕਿਹਾ। ਇੱਥੇ ਉਹਨਾਂ ਨੂੰ ਮਾੜੇ ਕਿਹਾ ਹੈ, ਜਿਹੜੇ ਤੀਰਥਾਂ ਤੇ ਜਾ ਕੇ ਗੁਮਾਨ ਕਰਦੇ ਨੇ। ਗੁਮਾਨੀਆਂ ਨੂੰ ਮਾੜੇ ਕਿਹਾ, ਨਾ ਕਿ ਤੀਰਥ ਮਾੜੇ ਆ। ਇਸ ਕਰਕੇ ਮਨ ਮਹਿ ਮੈਲ ਗੁਮਾਨ, ਪਾਤਸ਼ਾਹ ਕਹਿੰਦੇ ਓਏ ਜਾਣਾ ਤਾਂ ਤੂੰ ਸ਼ੁੱਧ ਹੋਣ ਵਾਸਤੇ ਸੀ ਉੱਥੇ, ਕਿਉਂਕਿ ਜੇ ਤਾਂ ਪਹਿਲਾਂ ਸ਼ੁੱਧ ਹੋ ਜੇ ਫਿਰ ਤਾਂ ਤੀਰਥ ਤੇ ਜਾਣ ਦੀ ਲੋੜ ਵੀ ਨਹੀਂ। ਫਿਰ ਤਾਂ ਘਰ ਹੀ ਬੈਠਾ ਬੰਦਾ ਤੀਰਥ ਦੀ ਤਰ੍ਹਾਂ ਹੈ। ਤੀਰਥਾਂ ਤੇ ਅਸੀਂ ਜਾਂਦੇ ਹਾਂ ਆਪਣੇ ਆਪ ਨੂੰ ਸ਼ੁੱਧ ਕਰਨ ਵਾਸਤੇ। ਕਿਉਂ? ਕਿਉਂਕਿ ਤੀਰਥ ਖੁਦ ਸ਼ੁੱਧ ਨੇ, ਸ਼ੁੱਧ। ਪਰ ਉੱਥੇ ਜਾ ਕੇ ਅਸੀਂ ਕੀ ਕਰਦੇ ਹਾਂ? ਰੰਗ ਰੂਪ ਦੇਖ ਕੇ, ਤਮਾਸ਼ੇ ਦੇਖ ਕੇ, ਭੱਜ ਨੱਠ ਕੇ, ਚਾਰ ਵਸਤੂਆਂ ਖਰੀਦੀਆਂ, ਚੂੜੀਆਂ ਖਰੀਦ ਕੇ, ਸੁਰਖੀਆਂ ਬਿੰਦੀਆਂ ਖਰੀਦ ਕੇ, ਔਰ ਨੌਜਵਾਨ ਸਾਡੇ ਔਰ ਟੈਟੂ ਪਵਾ ਕੇ ਮੋਢਿਆਂ ਤੇ ਕੰਮਾਂ ਦੇ ਵਿੱਚ, ਹੋਰ ਹੀ ਬੇਕਾਰ ਕੰਮਾਂ ਦੇ ਵਿੱਚ ਆਪਣਾ ਤੀਰਥ ਜਾ ਕੇ ਸਿੱਖਿਆ ਲੈਣੀ ਸੀ, ਵੀ ਤੀਰਥ ਕਿਉਂ ਬਣਿਆ, ਸਤਿਗੁਰਾਂ ਨੂੰ ਕਿਉਂ ਬਣਾਉਣੇ ਪਏ, ਸਤਿਗੁਰਾਂ ਨੇ ਸਰੋਵਰ ਕਿਉਂ ਬਣਾਏ, ਸਿੱਖਿਆ ਲੈਣੀ ਸੀ। ਪਰ ਸਿੱਖਿਆ ਤਾਂ ਲੈਤੀ ਕੋਈ, ਉੱਥੋਂ ਆਈ ਮੁੜਿਆ ਏ ਬਸ। ਪਾਤਸ਼ਾਹ ਕਹਿੰਦੇ ਤੀਰਥ ਨਾਤਾ ਕਿਆ ਕਰੇ, ਉਹ ਤੀਰਥ ਕੀ ਕਰੇ? ਤੀਰਥ ਨੇ ਤੈਨੂੰ ਸ਼ੁੱਧ ਕਰਨ ਵਾਸਤੇ ਬੁਲਾਇਆ ਸੀ, ਵੀ ਆ ਮੇਰੇ ਵਿੱਚ ਇਸ਼ਨਾਨ ਕਰ। ਪਰ ਤੂੰ ਤਾਂ ਮਨ ਦੇ ਵਿੱਚ ਗੁਮਾਨ ਚੱਕ ਕੇ ਮੁੜਿਆ, ਵੀ ਮੈਂ ਤਾਂ ਤੀਰਥ ਤੇ ਇਸ਼ਨਾਨ ਕਰਿਆ, ਹੁਣ ਮੈਂ ਕਿਹਦੇ ਵੱਸ ਲੈਣ ਦੇਣ ਦਾ? ਪਾਤਸ਼ਾਹ ਕਹਿੰਦੇ ਬਸ ਕੰਮ ਵਿਗੜ ਗਏ। ਗੁਰ ਬਿਨ ਕਿਨ ਸਮਝਾਈਐ, ਮਨ ਰਾਜਾ ਸੁਲਤਾਨ। ਇਹ ਮਨ ਰਾਜਿਆਂ ਦਾ ਚੱਕਰਵਰਤੀ ਰਾਜਾ ਹੈ, ਇਸ ਨੂੰ ਗੁਰੂ ਤੋਂ ਬਿਨਾਂ ਕੌਣ ਸਮਝਾਵੇ? ਭਾਵ ਕਿਸੇ ਨੇ ਨਹੀਂ ਸਮਝਾਇਆ। ਸੰਕਲਪ ਵਿਕਲਪ ਨਾਲ ਰਾਜਾ ਮਹਾਰਾਜਾ ਬਣ ਜਾਂਦਾ। ਜਿਉ ਸੁਪਨਾ ਹੋਏ ਵਸਤ ਰਾਜਾ, ਨੇਤਰ ਪਸਾਰਾ ਤਾਂ ਨਿਰਾਸਤ ਖਾਜਾ। ਕਹਿਣ ਤੋਂ ਭਾਵ ਹੈ, ਇਹ ਤਾਂ ਮਾਰਸ ਚ ਪਾਤਸ਼ਾਹ ਜੀ ਕਹਿੰਦੇ ਪ੍ਰੇਮ ਪਦਾਰਥ ਪਾਈਐ, ਗੁਰਮੁਖ ਤਤ ਵਿਚਾਰ। ਗੁਰੂ ਜੀ ਦੇ ਪਾਸੋਂ ਪ੍ਰੇਮ ਪਦਾਰਥ ਪ੍ਰਾਪਤ ਕਰੀਂਦਾ ਹੈ। ਗੁਰਮੁਖਾਂ ਰੂਪੀ ਸਖੀਆਂ ਤਤ ਸਰੂਪ ਦੀ ਵਿਚਾਰ ਪ੍ਰਾਪਤ ਹੁੰਦੀ ਹੈ। ਪਾਤਸ਼ਾਹ ਜੀ ਕਹਿੰਦੇ ਗੁਰਮੁਖ ਸਖੀਆਂ ਨੂੰ ਸਾ ਧਨ ਆਪ ਗਵਾਇਆ, ਗੁਰ ਕੈ ਸ਼ਬਦ ਸੀਗਾਰ। ਸੀਗਾਰ ਪਾਤਸ਼ਾਹ ਜੀ ਕਹਿੰਦੇ ਹਨ ਕਿ ਉਹਨਾਂ ਨੇ ਘਰ ਕਹੀਏ ਸਰੀਰ ਵਿੱਚੋਂ, ਸੰਗਤ ਵਿੱਚੋਂ ਪਿਆਰੇ ਨੂੰ ਪਾਉਣਾ ਕੀਤਾ। ਜਿਸ ਪਰਮੇਸ਼ਰ ਦਾ ਇਹ ਸੰਸਾਰ ਘਰ ਹੈ, ਉਸ ਪਿਆਰੇ ਨੂੰ ਉਹਨਾਂ ਨੇ ਪਾਇਆ, ਉਹਨਾਂ ਦੇ ਮਨ ਰੂਪ ਘਰ ਵਿੱਚੋਂ ਪਾਉਣਾ ਕੀਤਾ ਪਿਆਰਾ ਮਾਲਕ ਵਾਹਿਗੁਰੂ। ਗੁਰ ਕੀ ਸੇਵਾ ਚਾਕਰੀ, ਮਨ ਨਿਰਮਲ ਸੁਖ ਹੋਇ। ਜੋ ਗੁਰੂ ਦੀ ਸੇਵਾ ਚਾਕਰੀ ਭਾਵ ਚਾਉ ਨਾਲ ਕਰਦੇ ਹਨ, ਗੁਰੂ ਜੀ ਦੀ ਸੇਵਾ ਚਾਕਰੀ ਭਾਵ ਭਗਤੀ ਕਰਦੇ ਹੈ, ਉਹਨਾਂ ਦਾ ਮਨ ਚਾਰ ਕਹੀਏ ਕਿਲ ਵਿਖਾਂ ਤੋਂ, ਅਵਿਦਿਆ ਦੀ ਮੈਲ ਤੋਂ ਉੱਜਲ ਹੋ ਜਾਂਦਾ ਹੈ, ਸੁਖ ਸਰੂਪ ਦੀ ਪ੍ਰਾਪਤੀ ਹੁੰਦੀ ਹੈ। ਗੁਰ ਕਾ ਸ਼ਬਦ ਮਨ ਵਸਿਆ, ਹਉਮੈ ਵਿੱਚ ਹੋ ਕੋਇ। ਉਹਨਾਂ ਨੇ ਹਉਮੈ ਨੂੰ ਨਾਸ਼ ਕਰਕੇ ਗੁਰੂ ਸਾਹਿਬ ਦਾ ਉਪਦੇਸ਼ ਮਨ ਵਿੱਚ ਵਸਾਉਣਾ ਕੀਤਾ। ਨਾਮ ਪਦਾਰਥ ਪਾਇਆ, ਲਾਭ ਸਦਾ ਮਨ ਹੋਇ। ਉਹਨਾਂ ਨੇ ਨਾਮ ਪਦਾਰਥ ਨੂੰ ਪ੍ਰਾਪਤ ਕੀਤਾ ਹੈ, ਉਹਨਾਂ ਨੂੰ ਮਨ ਵਿੱਚ ਵੀ ਲਾਭ ਔਰ ਅਤੇ ਪ੍ਰਲੋਕ ਵਿੱਚ ਵੀ ਨਾਮ ਕਰਕੇ ਸਦਾ ਲਾਭ। ਉਹਨਾਂ ਮਨੁੱਖਾਂ ਨੂੰ ਸਦਾ ਹੀ ਲਾਭ ਹੁੰਦਾ ਰਹਿੰਦਾ। ਕਰਮ ਮਿਲੈ ਤਾ ਪਾਈਐ, ਆਪਨ ਲਿਆ ਜਾਏ। ਚੰਗੇ ਨਿਸ਼ਕਾਮ ਕਰਮ ਕੀਤੇ ਹੋਣ ਤਾਂ ਗੁਰੂ ਮਿਲਦੇ ਹਨ, ਫਿਰ ਉਹਨਾਂ ਤੋਂ ਨਾਮ ਪਾਇਆ ਜਾਂਦਾ। ਆਪਣੇ ਆਪ ਨਾਮ ਦੀ ਵਸਤੂ ਪ੍ਰਾਪਤ ਨਹੀਂ ਕੀਤੀ ਜਾਂਦੀ, ਉਹਦੇ ਵਾਸਤੇ ਉਦਮ ਉਪਰਾਲਾ ਜ਼ਰੂਰੀ ਹੈ। ਗੁਰ ਕੀ ਚਰਣੀ ਲਾਗ ਰਹੋ, ਵਿੱਚੋ ਆਪ ਗਵਾਏ। ਇਹ ਸਿੱਖਾ ਸਤਿਗੁਰਾਂ ਦੇ ਚਰਨਾਂ ਨਾਲ ਲੱਗ ਕੇ ਰਹਿ, ਤੇ ਵਿੱਚੋਂ ਆਪਣੇ ਆਪ ਨੂੰ, ਆਪਾ ਭਾਵ ਨੂੰ, ਹੰਕਾਰ ਨੂੰ ਮੇਟ ਕਰਕੇ ਤੇ ਗੁਰੂ ਦੇ ਚਰਨਾਂ ਨਾਲ ਲੱਗ, ਮੇਟ ਲੈ ਹਉਮੈ ਨੂੰ, ਹੰਕਾਰ ਮਾਨ ਨੂੰ।
ਸੱਚੇ ਸੇਤੀ ਰਤਿਆ, ਸੱਚੋ ਪੱਲੇ ਪਾਏ। ਸੱਚੇ ਨਾਮ ਵਿੱਚ ਰੰਗੇ ਜਾਣ ਕਰਕੇ, ਸੱਚੇ ਪਰਮੇਸ਼ਰ ਦਾ ਨਾਮ ਦਾ ਸ਼੍ਰਵਣ ਗਿਆਨ, ਨਿਧਿਆਸਨ ਗਿਆਨ, ਤੱਤ ਦਾ ਸੋਧਨ ਗਿਆਨ ਹਿਰਦੇ ਰੂਪੀ ਪੱਲੇ ਵਿੱਚ ਪ੍ਰਗਟ ਹੋ ਜਾਂਦਾ ਹੈ। ਭੁੱਲਣ ਅੰਦਰ ਸਭ ਕੋ, ਅਭੁੱਲ ਗੁਰੂ ਕਰਤਾਰ। ਸਾਰੇ ਜੀਵ ਗਿਆਨ ਕਰਕੇ ਭੁੱਲਣ ਅੰਦਰ ਹਨ। ਇੱਕੋ ਇੱਕ ਪ੍ਰਮਾਤਮਾ ਵਾਹਿਗੁਰੂ ਪਰਮੇਸ਼ਰ ਹੈ, ਔਰ ਪਰਮੇਸ਼ਰ ਦਾ ਸਰੂਪ ਗੁਰੂ ਜੀ ਹਨ, ਜੋ ਭੁੱਲਣ ਤੋਂ ਰਹਿਤ ਹਨ। ਔਰ ਉਹ ਲਿਖਦੇ ਹਨ ਸੁਰਤੀ ਦੇ ਵਿੱਚ, ਗੁਰੂਰ ਬ੍ਰਹਮ, ਗੁਰੂਰ ਵਿਸ਼ਨੂੰ, ਗੁਰੂਰ ਦੇ ਮਹੇਸਰਾ। ਔਰ ਵੀ ਉਹ ਇੱਕੋ ਇੱਕ ਮਾਲਕ ਹੈ, ਜੋ ਕਦੇ ਵੀ ਭੁੱਲਦਾ ਨਹੀਂ। ਪਾਤਸ਼ਾਹ ਜੀ ਕਹਿੰਦੇ ਹਨ, ਗੁਰਮਤਿ ਮਨ ਸਮਝਾਇਆ, ਲਾਗਾ ਤਿਸਾ ਪਿਆਰ। ਜਿਨ੍ਹਾਂ ਨੇ ਗੁਰੂ ਦੀ ਸਿੱਖਿਆ ਦੁਆਰਾ ਮਨ ਨੂੰ ਸਮਝਾਉਣਾ ਕੀਤਾ ਹੈ, ਉਹਨਾਂ ਦੇ ਮਨ ਦਾ ਪਿਆਰ ਪ੍ਰਭੂ ਦੇ ਨਾਲ ਲੱਗ ਗਿਆ, ਨਿਸ਼ਚਾ ਹੋ ਗਿਆ। ਨਾਨਕ ਸਾਚ ਨਾ ਬੀਸੁਰੈ, ਮੇਲੇ ਸ਼ਬਦ ਪਾਰ। ਪਾਤਸ਼ਾਹ ਜੀ ਕਹਿੰਦੇ, ਸਤਿਗੁਰਾਂ ਦਾ ਅਪਾਰ ਪਰਮੇਸ਼ਰ ਨਾਲ ਮਿਲਾਉਣਾ ਹੈ। ਸ਼ਬਦ ਜੋ ਗੁਰੂ ਦਾ ਸ਼ਬਦ ਹੈ, ਅਪਾਰ ਪਰਮੇਸ਼ਰ ਨਾਲ ਮਿਲਾਉਂਦਾ ਹੈ। ਉਹ ਬੇਨਤੀ ਕਰਦੇ ਹਨ ਕਿ ਇਹ ਮੇਰੇ ਮਾਲਕ ਸਤਿਗੁਰੂ ਜੀ, ਸਾਨੂੰ ਆਪ ਜੀ ਦਾ ਨਾਮ ਕਦੇ ਵੀ ਭੁੱਲਣਾ ਨਾ ਕਰੇ, ਬਿਸਰੇ ਨਾ ਮਾਲਕ ਸਤਿਗੁਰੂ ਪਾਤਸ਼ਾਹ ਜੀ।